मुर्दा होवे ते फिर मरीद होवे सौखा नहीं मरीद अखवामना दे मुर्दा होवे ते फिर मरीद होवे सौखा नहीं मरीद अखवावना दे सीस तली टकाए के आशकानो ते पैंदा यार दी गली विच जावना दे जेड़े मरन कबूल दे यार दे लई उन्ना मरतबा इश्क दा पावना दे सच लिखे गुरजंट सिंह शहर बैंका औखा सच स्टेज ते गावना दे औखा सच स्टेज ते गावना दे वाहिगुरु जी वाहिगुरु पूरे गुर दे साजे सूरे सिख अखवाउंदे ने प्रेमी ते नितनेमी हो के सदा जिउंदे ने ना ही कदे डराउंदे ते ना किसे तो डरदे ने धर्म दी खातिर जिउंदे जोदे अणकली मरदे ने ओ पुत्र नादी सिंह सूर में बाजा वाले दे बरखुरदार सतगुरु तख्ता ताजा वाले दे रण भूमि दे अंदर ये ना किसे तो हरदे ने धर्म दी खातिर जिउंदे जोदे अणखली मरदे ने आ मौत नु करन मखौला जाए साहिब देवा दे मौत नु करन मखौला जाए साहिब देवा दे करदे ने वध चढ़ के कारज सब ही सेवा दे करी अरदासां तुरदे ने फिर कारज सरदे ने धर्म दी खातिर जिउंदे जोदे अणखली मरदे ने आओ मिठा बोलन निव के चलना गुरु सिखाउंदा ए सिखिया नूं जो मन्ने ओही सिखिया खुआउंदा ए गुरु दी करे बेअदबी कोई मोल न जरदे ने धर्म दी खातिर जिउंदे जोदे अणखली मरदे ने और आखे ने मजलूमा दे जो शस्त्र तारी ने राखे ने मजलूमा दे जो शस्त्र तारी ने हक्का खातर लड़ने लई रख दे तैयारी ने चढ़ के आए वैरी दे दंद खट्टे करदे ने धर्म दी खातिर जिउंदे जोदे अणखली मरदे ने आओ मुकदे रहे मकाम वाले मुकदे रहे मकाम वाले सिंगण मुकण जी पानी वांगर चलदे ने जो कदे ना रुकण जी सज्जणा ਲਈ ਫੁੱਲ ਵੈਰੀ ਲਈ ਬਣ ਤੇਗਾ ਵਰਦੇ ਨੇ ਧਰਮ ਦੀ ਖਾਤਰ ਜਿਉਂਦੇ ਜੋਦੇ ਅਣਖਲੀ ਮਰਦੇ ਨੇ आओ सदा अकाल खालसे मुख चों बोलन जी सिखी सिदक भरोसे तो जो यारा ना डोलन जी ਪ੍ਰੇਮ ਦੀ ਗਲੀ ਪਧਾਰਨ ਲਈ ਸੇਰਾ ਤਲੀ ਤੇ ਧਰਦੇ ਨੇ ਧਰਮ ਦੀ ਖਾਤਰ ਜਿਉਂਦੇ ਜੋਦੇ ਅਣਖਲੀ ਮਰਦੇ ਨੇ आ महिमा पंथ खालसे दी सतगुरां कराई है महिमा पंथ खालसे दी सतगुरां कराई है बैंके विच गुरजंट सिंह ने करी लखाई है माणक ठाकुर मिल गुर चेत
ਵੀ ਹਾਮੀ ਭਰਦੇ ਨੇ ਧਰਮ ਦੀ ਖਾਤਰ ਜਿਉਂਦੇ ਜਿਉਂਦੇ ਅਣਖ ਲਈ ਮਰਦੇ ਨੇ ਧਰਮ ਦੀ ਖਾਤਰ ਜਿਉਂਦੇ ਜਿਉਂਦੇ ਅਣਖ ਲਈ ਮਰਦੇ ਨੇ ਅਣਖ ਬਿਨਾ ਬੇਅਰਥ ਜਨਮ ਜਿਉ ਸਸੀ ਬਿਨ ਰਜਨੀ ਜਿਮ ਸ਼ਸਤਰ ਬਿਨ ਸੂਰਮਾ ਜਿਮ ਭੂਖਣ ਬਿਨ ਸਜਣੀ। ਸ਼ਾਇਰ ਕਹਿੰਦਾ ਹੈ ਕਿ ਜੇ ਧਰਮ ਦੇ ਵਾਸਤੇ ਜੇ ਆਪਣੇ ਹੱਕਾਂ ਦੇ ਵਾਸਤੇ ਲੜਨ ਲਈ ਜੀਵਨ ਦੇ ਵਿੱਚ ਅਣਖ ਨਹੀਂ ਹੈ ਤੇ ਅਣਖ ਤੋਂ ਬਗੈਰ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਚੰਦਰਮਾ ਤੋਂ ਬਗੈਰ ਰਾਤ ਹਨੇਰੀ ਹੈ, ਸੋਭਾ ਨਹੀਂ ਪਾਉਂਦੀ। ਜਿਵੇਂ ਸ਼ਸਤਰ ਬਿਨ ਸੂਰਮਾ ਜਿਵੇਂ ਰਣ ਮੈਦਾਨ ਦੇ ਅੰਦਰ ਸ਼ਸਤਰ ਤੋਂ ਬਗੈਰ ਸੂਰਮਾ ਕਿਸੇ ਕੰਮ ਦਾ ਨਹੀਂ। ਜਿਮ ਭੂਖਣ ਬਿਨ ਸਜਣੀ ਜਿਵੇਂ ਆਪਣੇ ਹਾਰ ਸ਼ਿੰਗਾਰ ਗਹਿਣਿਆਂ ਤੋਂ ਬਗੈਰ ਦੁਲਹਨ ਨਹੀਂ ਸੋਭਦੀ, ਇਸੇ ਤਰ੍ਹਾਂ ਅਣਖ ਤੇ ਗੈਰਤ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਵੀ ਨਹੀਂ ਸੋਭਦੀ। ਗੈਰਤਮੰਦ ਲੋਕ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦਿੰਦੇ। ਆਪਣੇ ਹੱਕਾਂ ਦੀ ਲੜਾਈ ਨੂੰ ਲੜਦਿਆਂ ਹੋਇਆਂ ਸ਼ੰਭੂ ਮੋਰਚੇ ਤੇ ਆਪ ਹਾਜ਼ਰੀਆਂ ਲਵਾ ਰਹੇ ਹੋ ਔਰ ਪਿਛਲੇ ਕਈ ਦਿਨਾਂ ਤੋਂ ਆਪ ਡਟੇ ਹੋਏ ਹੋ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜਿੱਥੇ ਕਮਾਈ ਜਾ ਰਹੀ ਹੋਵੇ ਉੱਥੇ ਗੁਰੂ ਆਪ ਹਾਜ਼ਰ ਨਾਜ਼ਰ ਹੁੰਦੇ ਆ। ਇਸ ਕਰਕੇ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ। ਤੁਸੀਂ ਆਪਣੇ ਹੱਕਾਂ ਦੇ ਵਾਸਤੇ ਇਕੱਤਰ ਹੋ ਕੇ ਇੱਥੇ ਜੁੜਦੇ ਹੋ। ਇਸ ਕਰਕੇ ਮਹਾਰਾਜ ਦੀ ਬਾਣੀ ਗੁਰੂ ਦਾ ਉਪਦੇਸ਼ ਇੱਥੇ ਵਰਤ ਰਿਹਾ ਹੈ। ਇਸ ਕਰਕੇ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ ਹੋਇਆ ਫਤਿਹ ਅਰਜ ਕਰਦਾ ਹਾਂ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਬਹੁਤ ਧਰਮ ਹਨ, ਧਰਮ ਕੋਈ ਵੀ ਮਾੜਾ ਨਹੀਂ। ਧਰਮ ਜੀਵਨ ਜਾਚ ਹੈ। ਧਰਮ ਕੋਈ ਵੀ ਹੈ, ਧਰਮ ਆਪਣੇ ਹੱਕਾਂ ਵਾਸਤੇ ਡਟਣਾ ਸਿਖਾਉਂਦਾ ਹੈ। ਸਿੱਖੀ ਧਰਮ ਮੂਲ ਧਰਮ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਭਉ ਅਤੇ ਨਿਰਵੈਰ ਗੁਰੂ ਹਨ ਤੇ ਆਪਣੇ ਸਿੱਖਾਂ ਨੂੰ ਵੀ ਨਿਰਭਉ ਤੇ ਨਿਰਵੈਰ ਬਣਾਉਂਦੇ ਹਨ। ਮਹਾਰਾਜ ਯਾਦ ਰਹੇ, ਇਕੱਲਾ ਨਿਰਭਉ ਵੀ ਕਿਸੇ ਕੰਮ ਦਾ ਨਹੀਂ ਤੇ ਇਕੱਲਾ ਨਿਰਵੈਰ ਵੀ ਕਿਸੇ ਕੰਮ ਦਾ ਨਹੀਂ। ਜੇ ਇਕੱਲਾ ਨਿਰਭਉ ਹੋਵੇਗਾ, ਨਿਰਵੈਰਤਾ ਦਾ ਗੁਣ ਨਹੀਂ ਵਿੱਚ, ਤੇ ਉਹ ਦੂਜਿਆਂ ਨੂੰ ਦਬਾਉਣ ਵਾਲਾ ਹੋ ਜਾਵੇਗਾ। ਉਹ ਦੁਨੀਆ ਦੇ ਸਾਹਮਣੇ ਹਿਟਲਰ ਵਰਗਾ ਜੀਵਨ ਤਾਂ ਪੇਸ਼ ਕਰ ਸਕਦਾ ਹੈ, ਪਰ ਅਣਖ ਤੇ ਗੈਰਤ ਜਜ਼ਬੇ ਦੀ ਲੜਾਈ ਤੋਂ ਆਪਣੇ ਹੱਕਾਂ ਦੀ ਤੇ ਦੂਜਿਆਂ ਦੇ ਹੱਕਾਂ ਨੂੰ ਦਬਾਉਣ ਵਾਲੇ ਪਾਸੇ ਉਹ ਨਹੀਂ ਜਾਵੇਗਾ, ਜਿਹਦੇ ਅੰਦਰ ਨਾਲ ਨਿਰਵੈਰਤਾ ਦਾ ਗੁਣ ਵੀ ਹੈ। ਇਕੱਲਾ ਨਿਰਭਉ ਅੱਤਵਾਦੀ ਬਣਾਵੇਗਾ, ਦੂਜਿਆਂ ਨੂੰ ਦਬਾਉਣ ਵਾਲਾ ਮਾਰ ਧਾੜ ਕਰਨ ਵਾਲਾ ਬਣਾਵੇਗਾ। ਤੇ ਜੇ ਨਿਰਭਉ ਨਹੀਂ ਤੇ ਇਕੱਲਾ ਨਿਰਵੈਰ ਹੋਣ ਦਾ ਵੀ ਫਿਰ ਕੋਈ ਲਾਭ ਨਹੀਂ। ਫਿਰ ਬੁਝਦਿਲ ਹੋਵੇਗਾ, ਕਹਿਰ ਹੋਵੇਗਾ, ਡਰਪੋਕ ਹੋਵੇਗਾ। ਗੁਰੂ ਨਿਰਭਉ ਤੇ ਨਿਰਵੈਰ ਇਹਨਾਂ ਦੋਹਾਂ ਗੁਣਾਂ ਦਾ ਸੁਮੇਲ ਹੈ ਔਰ ਆਪਣੇ ਸਿੱਖਾਂ ਨੂੰ ਵੀ ਨਿਰਭਉ ਤੇ ਨਿਰਵੈਰ ਬਣਾਉਂਦੇ। ਅਸੀਂ ਉਹਨਾਂ ਵਿੱਚੋਂ ਹਾਂ ਜਿਹੜੇ ਦੂਜਿਆਂ ਦੇ ਹੱਕ ਵੀ ਛਡਾ ਕੇ ਦਿੰਦੇ ਰਹੇ ਤੇ ਆਪਣੇ ਹੱਕਾਂ ਵਾਸਤੇ ਸਦਾ ਹੀ ਡਟਦੇ ਰਹੇ। ਇਹ ਮੋਰਚਾ ਕਿਸੇ ਇੱਕ ਧੜੇ ਦਾ ਨਹੀਂ, ਕਿਸੇ ਇੱਕ ਜਥੇਬੰਦੀ ਦਾ ਨਹੀਂ, ਇਹ ਕਲਾਕਾਰ ਵੀਰਾਂ ਦਾ ਨਹੀਂ ਹੈ, ਇਹ ਸੰਘਰਸ਼ ਕਮੇਟੀ ਵਾਲੇ ਵੀਰਾਂ ਦਾ ਨਹੀਂ ਹੈ। ਕਿਸਾਨੀ ਦੇ ਨਾਲ ਸੰਬੰਧਤ ਹਰੇਕ ਬੰਦੇ ਦਾ ਫਰਜ਼ ਬਣਦਾ ਹੈ ਇੱਥੇ ਆ ਕੇ ਡਟਣ ਦਾ, ਕਿਉਂਕਿ ਕਿਸਾਨੀ ਹੈ ਤਾਂ ਪੰਜਾਬ ਦੀ ਆਰਥਿਕ ਸਥਿਤੀ ਹੈ। ਕਿਸੇ ਵੀ ਕੌਮ ਨੂੰ ਜਦੋਂ ਗਿਰਾਵਟ ਦੇ ਵਿੱਚ ਲਿਆਉਣਾ ਹੋਵੇ ਤੇ ਉਹਨੂੰ ਦੋ ਪੱਖਾਂ ਤੋਂ ਕਮਜ਼ੋਰ ਕੀਤਾ ਜਾਂਦਾ ਹੈ। ਪਹਿਲਾ ਪੱਖ ਹੈ ਉਹਦਾ ਧਾਰਮਿਕ ਪੱਖ ਤੇ ਦੂਜਾ ਹੈ ਆਰਥਿਕ ਪੱਖ। ਸਾਡੇ ਧਰਮ ਦੇ ਵਿੱਚ ਮਿਲਾਵਟਾਂ ਕਰਨ ਵਾਸਤੇ ਤਾਂ ਬਹੁਤ ਕੋਝੀਆਂ ਘਾੜਤਾਂ ਘੜੀਆਂ ਗਈਆਂ ਔਰ ਅੱਗੇ ਵੀ ਇਹ ਕੰਮ ਜਾਰੀ ਹੈ। ਸਾਡੇ ਲਿਟਰੇਚਰ ਬਦਲੇ ਜਾ ਰਹੇ ਹਨ, ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਮਿਲਾਵਟਾਂ ਹੋ ਰਹੀਆਂ ਹਨ। ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੇ ਲਿਟਰੇਚਰ ਪਹੁੰਚ ਰਹੇ ਨੇ, ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪਤਾ ਲੱਗੇਗਾ ਕਿ ਕਿੱਡੀ ਵੱਡੀ ਘੁਸਪੈਠ ਸਾਡੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਹੈ। ਤੇ ਇਹ ਜਿਹੜੇ ਆਰਡੀਨੈਂਸ ਜਾਰੀ ਹੋਏ, ਕਾਲਾ ਕਾਨੂੰਨ, ਕੋਈ ਬਹੁਤਾ ਮੈਨੂੰ ਇਹਦੇ ਤੇ ਬੋਲਣ ਦਾ ਨਹੀਂ, ਕਿਉਂਕਿ ਆਪ ਕਈ ਦਿਨਾਂ ਤੋਂ ਸਰਵਣ ਕਰ ਰਹੇ ਹੋ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਤੇ। ਇਹਨਾਂ ਮੋਰਚਿਆਂ ਦੇ ਵਿੱਚ ਆਪ ਸਮਝ ਚੁੱਕੇ ਹੋ ਕਿ ਕਿਤਨੇ ਘਾਤਕ ਕਾਨੂੰਨ ਹਨ ਪੰਜਾਬ ਦੀ ਕਿਸਾਨੀ ਦੇ ਵਾਸਤੇ, ਪੰਜਾਬ ਦੀ ਆਰਥਿਕ ਸਥਿਤੀ ਨੂੰ ਗਿਰਾਵਟ ਦੇ ਵਿੱਚ ਲਿਆਉਣ ਵਾਸਤੇ ਇਹ ਕਿਸ ਤਰ੍ਹਾਂ ਦੇ ਸਿੱਧ ਹੋਣਗੇ। ਆਪ ਇਸ ਗੱਲ ਨੂੰ ਜਾਣ ਚੁੱਕੇ ਹੋ। ਦਾਸ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਵੱਲੋਂ ਦਲ ਪੰਥ ਦੇ 12ਵੇਂ ਮੁਖੀ ਜਥੇਦਾਰ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ
ਮਹਾਂਪੁਰਖਾਂ ਵੱਲੋਂ ਹਾਜ਼ਰੀ ਲਵਾਉਣ ਵਾਸਤੇ ਅੱਜ ਦੇ ਇਸ ਮੋਰਚੇ ਦੇ ਅੰਦਰ ਹਾਜ਼ਰ ਹੋਏ ਹਾਂ, ਕਿਉਂਕਿ ਇਹ ਜਿੱਥੇ ਕਿਸਾਨ ਵੀਰਾਂ ਦਾ ਧਰਮ ਹੈ, ਫਰਜ਼ ਹੈ ਇਹਨਾਂ ਮੋਰਚਿਆਂ ਦੇ ਵਿੱਚ ਡਟਣ ਦਾ, ਉੱਥੇ ਜਥੇਬੰਦੀਆਂ ਦਾ ਵੀ ਇਹ ਪਰਮ ਧਰਮ ਹੈ। ਕਿਉਂਕਿ ਜਥੇਬੰਦਕ ਹੋਏ ਗੁਰੂ ਕੇ ਸਿੱਖ ਜਦੋਂ ਡਟਦੇ ਹਨ ਤਾਂ ਫਿਰ ਹੋਰ ਵੀ ਬਲ ਵੱਧਦਾ ਹੈ, ਫਿਰ ਹੋਰ ਵੀ ਉਤਸ਼ਾਹ ਵੱਧਦਾ ਹੈ। ਸਮੇਂ-ਸਮੇਂ ਤੇ ਬਾਬਾ ਬਿਧੇ ਚੰਦ ਸਾਹਿਬ ਜੀ ਦੀ ਜਥੇਬੰਦੀ ਵੱਲੋਂ ਕੌਮ ਦੇ ਹਿੱਤਾਂ ਵਾਸਤੇ ਲੱਗੇ ਹਰੇਕ ਮੋਰਚੇ ਦੇ ਵਿੱਚ, ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਸੀ, ਚਾਹੇ ਉਹ ਧਰਮ ਯੁੱਧ ਦਾ ਮੋਰਚਾ ਸੀ, ਸਨਮਾਨਯੋਗ ਸੰਗਤ ਜੀ ਮਹਾਂਪੁਰਖਾਂ ਵੱਲੋਂ ਸਦਾ ਹੀ ਡਟ ਕੇ ਸਾਥ ਦਿੱਤਾ ਗਿਆ। ਹੁਣ ਦੇਵੀ ਦਾਸਪੁਰੇ ਕਿਸਾਨ ਸੰਘਰਸ਼ ਕਮੇਟੀ ਵਾਲੇ ਸੱਜਣਾ ਵੱਲੋਂ, ਕਿਸਾਨ ਵੀਰਾਂ ਵੱਲੋਂ ਮੋਰਚੇ ਜਾਰੀ ਹਨ। ਉੱਥੇ ਗੁਰੂ ਕੇ ਲੰਗਰਾਂ ਦੀ ਸੇਵਾ, ਦੇਗਾਂ ਸ਼ਰਦਾਈਆਂ ਦੀ ਸੇਵਾ ਨਿਰੰਤਰ ਦਲ ਬਾਬਾ ਬਿਧੀ ਚੰਦ ਸਾਹਿਬ ਵੱਲੋਂ 12ਵੇਂ ਮੁਖੀ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਨਿਭਾਈ ਗਈ। ਔਰ ਬਾਬਾ ਜੀ ਦਾ ਇਹ ਹੁਕਮ ਹੋਇਆ ਕਿ ਸ਼ੰਭੂ ਮੋਰਚਾ ਵੀ ਹਿੱਤਾਂ ਦਾ ਮੋਰਚਾ ਹੈ, ਇਹ ਵੀ ਆਪਣੇ ਹੱਕਾਂ ਦੀ ਜੰਗ ਹੈ। ਤੇ ਹੱਕਾਂ ਦੀ ਜੰਗ ਦੇ ਵਿੱਚ ਜਿੱਥੇ ਕਿਸਾਨ ਵੀਰ ਖਲੋਤੇ ਹਨ, ਉੱਥੇ ਸਾਰੀਆਂ ਜਥੇਬੰਦੀਆਂ ਨੂੰ ਵੀ, ਸਾਰੇ ਪ੍ਰਚਾਰਕ ਸਾਹਿਬਾਨਾਂ ਨੂੰ ਵੀ ਡਟਣਾ ਚਾਹੀਦਾ ਹੈ, ਕਿਉਂਕਿ ਸਾਡਾ ਇਹ ਪਰਮ ਧਰਮ ਹੈ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਕੇ ਸਿੱਖ ਨਿਰਭਉ ਤੇ ਨਿਰਵੈਰ ਹਨ, ਜਾਣਿਆ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਣ। ਇਹ ਬਿਨਾਂ ਗੱਲ ਤੋਂ ਕਿਸੇ ਨੂੰ ਡਰਾਉਂਦੇ ਨਹੀਂ, ਪਰ ਕਿਸੇ ਦਾ ਡਰ ਮੰਨਦੇ ਵੀ ਨਹੀਂ। ਸਨਮਾਨਯੋਗ ਸੰਗਤ ਜੀ, ਇਹ ਮੋਰਚੇ ਕੋਈ ਅੱਜ ਦੇ ਨਹੀਂ ਲੱਗਦੇ ਆ ਰਹੇ। ਦੋ ਪੱਖ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਵਿੱਚ ਜ਼ਾਹਰ ਕੀਤੇ ਹਨ। ਕਲਗੀਧਰ ਕਹਿੰਦੇ ਹਨ, ਬਾਬੇ ਕੇ ਬਾਬਰ ਕੇ ਦੋਊ ਆਪ ਕਰੇ ਪਰਮੇਸ਼ਰ ਸੋਊ। ਇਹ ਪਰਮੇਸ਼ਰ ਨੇ ਕੀਤੇ ਹਨ। ਬਾਬਰ ਕੇ ਵੀ ਉਹਨੇ ਬਣਾਏ ਤੇ ਬਾਬੇ ਕੇ ਵੀ ਉਹਨੇ ਬਣਾਏ। ਬਾਬਰ ਕੇ ਸ਼ੁਰੂ ਤੋਂ ਹੱਕਾਂ ਨੂੰ ਦਬਾਉਂਦੇ ਆਏ ਤੇ ਬਾਬੇ ਕੇ ਬਾਬਰਕਿਆਂ ਦੇ ਸਾਹਮਣੇ ਆਪਣੇ ਹੱਕਾਂ ਦੇ ਵਾਸਤੇ, ਅਣਖ ਤੇ ਗੈਰਤ ਦੇ ਵਾਸਤੇ ਡਟਦੇ ਰਹੇ। ਜੇ ਅਣਖ ਤੇ ਗੈਰਤ ਨੂੰ ਗਵਾ ਕੇ ਗੁਲਾਮ ਹੋ ਕੇ ਜੀਣਾ ਤੇ ਉਸ ਜ਼ਿੰਦਗੀ ਦੇ ਨਾਲੋਂ ਮੌਤ ਚੰਗੀ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਹ ਅਸੀਂ ਤਾਂ ਜਦੋਂ ਦਰਾਨੀ ਤੇ ਅਬਦਾਲੀ ਚੜ੍ਹ ਕੇ ਆਉਂਦੇ ਸੀ, ਹਿੰਦੁਸਤਾਨ ਦਾ ਧਨ ਤੇ ਹੁਸਨ ਲੁੱਟ ਕੇ ਵਾਪਸ ਲਿਜਾਂਦੇ ਸੀ, ਉਦੋਂ ਸਾਡੇ ਵਡੇਰੇ ਜੰਗਲਾਂ ਬੇਲਿਆਂ ਦੇ ਵਿੱਚੋਂ ਨਿਕਲ ਕੇ ਹਿੰਦੁਸਤਾਨ ਦਾ ਜਿਹੜੇ ਅੱਜ ਸਾਡਾ ਹੱਕ ਦਬਾਉਣ ਲੱਗ ਪਏ, ਅਸੀਂ ਉਹਨਾਂ ਦੇ ਹੱਕ ਲੁੱਟੇ ਹੋਏ, ਖੋਏ ਹੋਏ ਉਹਨਾਂ ਨੂੰ ਵਾਪਸ ਦਵਾਉਂਦੇ ਰਹੇ। ਤੇ ਜਿਹੜੇ ਦੂਜਿਆਂ ਦੇ ਹੱਕਾਂ ਵਾਸਤੇ ਲੜ ਸਕਦੇ ਆ, ਇਹ ਮਤਾ ਮੋਦੀ ਸਾਹਿਬ ਇਹ ਗੱਲ ਭਰਮ ਦੇ ਵਿੱਚ ਰੱਖਿਓ ਕਿ ਉਹ ਆਪਣੇ ਹੱਕਾਂ ਵਾਸਤੇ ਨਹੀਂ ਲੜ ਸਕਦੇ। ਸਾਨੂੰ ਆਪਣੇ ਹੱਕਾਂ ਵਾਸਤੇ ਮਰ ਮਿਟਣਾ ਆਉਂਦਾ ਹੈ। ਸਾਡੇ ਵਡੇਰਿਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਦੂਜਿਆਂ ਦੇ ਹੱਕਾਂ ਦੇ ਵਾਸਤੇ, ਜਿੱਥੇ ਪਰਾਏ ਕਿਸੇ ਗੈਰ ਸਿੱਖਾਂ ਦੇ ਹੱਕਾਂ ਨੂੰ ਦਬਾਉਣ ਦੀ ਗੱਲ ਚੱਲੀ, ਉੱਥੇ ਵੀ ਡਟ ਗਏ। ਤਾਂ ਇਹ ਤਾਂ ਸਾਡੇ ਆਪਣੇ ਹੱਕਾਂ ਦੀ ਜੰਗ ਹੈ। ਸਨਮਾਨਯੋਗ ਸੰਗਤ ਜੀ, ਬਾਬਰ ਕੇ ਸਭ ਹੱਦਾਂ ਪਾਰ ਕਰ ਚੁੱਕੇ ਨੇ। ਅੱਜ ਸਾਡੀ ਪੰਜਾਬੀ ਬੋਲੀ ਦੇ ਉੱਪਰ ਰੋਕਾਂ ਲਾਈਆਂ ਗਈਆਂ ਤੇ ਹੁਣ ਸਾਡੀਆਂ ਜ਼ਮੀਨਾਂ ਜਿਹੜੀਆਂ ਸਾਡੇ ਵਡੇਰਿਆਂ ਨੇ, ਜਰਾ ਇਤਿਹਾਸ ਪੜ੍ਹ ਕੇ ਵੇਖੀਏ 18ਵੀਂ ਸਦੀ ਦੇ ਸਿੱਖਾਂ ਦਾ। ਇਸ ਤਰ੍ਹਾਂ ਨਹੀਂ ਸੀ ਜਿਵੇਂ ਅੱਜ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਆਪਣੇ ਘਰ ਘਾਟਾਂ ਦੇ ਜ਼ਮੀਨਾਂ ਦੇ ਮਾਲਕ ਬਣ ਕੇ ਬੈਠੇ ਹਾਂ। ਮਜਾਰਿਆਂ ਵਜੋਂ ਅਸੀਂ ਕੰਮ ਕਰਦੇ ਸੀ, ਹਾਲਾ ਭਰਿਆ ਕਰਦੇ ਸੀ ਨਵਾਬਾਂ ਨੂੰ। ਇਹ ਕਲਗੀਧਰ ਪਾਤਸ਼ਾਹ ਦੇ ਭੇਜੇ ਬੰਦੇ ਨੇ ਸਾਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ। ਤੇ ਸਨਮਾਨਯੋਗ ਸੰਗਤ ਜੀ, ਜੇ ਅੱਜ ਅਸੀਂ ਆਪਣੀ ਵਿਰਾਸਤ ਨੂੰ ਨਾ ਸਾਂਭ ਸਕੇ ਤੇ ਇਤਿਹਾਸ ਕਦੇ ਸਾਨੂੰ ਮਾਫ ਨਹੀਂ ਕਰੇਗਾ। ਇਹ ਜ਼ਾਲਮ ਸਰਕਾਰ ਕੀ ਕੁਝ ਕਰਦੀ ਰਹੀ, ਇਹਦੀ ਨੀਤੀ ਕਿਸ ਤਰ੍ਹਾਂ ਦੀ ਆ, ਉਹ ਇੱਕ ਸ਼ੇਰ ਦੇ ਅੰਦਰ। ਤੇ ਉਸ ਤੋਂ ਬਾਅਦ ਆਪਣੀ ਆਵਾਜ਼ ਇਹਨਾਂ ਬਾਬਰਕਿਆਂ ਤੱਕ ਪਹੁੰਚਾਉਣ ਦਾ ਯਤਨ ਕਰਾਂਗਾ ਜੀ। ਕਦੇ ਇੱਜ਼ਤਾਂ ਲੁੱਟਣ ਵਾਲਿਆਂ ਤੋਂ ਤਾਰਾ 370 ਹਟਾ ਦੇਣੀ, ਕਦੇ ਰਾਮ ਦਾ ਮੰਦਰ ਬਣਾਉਣ ਲਈ ਬਣੀ ਬਾਬਰੀ ਮਸਜਿਦ ਢਾ ਦੇਣੀ। ਆ ਕਦੇ ਰਾਖ ਪੰਜਾਬੀ ਭਾਸ਼ਾ ਤੋਂ, ਕਦੇ ਜਤਨਾ ਜੇਲ੍ਹ ਵਿੱਚ ਕੱਲਣਾ ਦੇ। ਹੁਣ ਬੈਂਕਾਂ ਗੰਦੀ ਰਾਜਨੀਤੀ ਕੱਢੇ ਹੱਲ ਜ਼ਮੀਨਾਂ ਮੱਲਣਾ ਦੇ, ਕੱਢੇ ਹੱਲ ਜ਼ਮੀਨਾਂ ਮੱਲਣ ਦੇ। ਰਾਜੇ ਦਾ ਧਰਮ ਪ੍ਰਜਾ ਨੂੰ ਦੁੱਖ ਦੇਣਾ ਨਹੀਂ ਹੁੰਦਾ। ਰਾਜ ਐਵੇਂ ਨਹੀਂ ਮਿਲਦਾ। ਮੋਦੀ ਸਾਹਿਬ ਬੜੀ ਘਾਲ ਨਾ ਘਾਲ ਕੇ ਮਿਲਦਾ ਏ। ਕਈ ਜਨਮਾਂ ਦਾ ਤਪ ਹੋਵੇ ਤੇ ਰਾਜ ਗੱਦੀ ਮਿਲਦੀ ਹੈ। ਇੱਕ ਕਹਾਵਤ ਆਪਾਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ, ਤਪੋਂ ਰਾਜ ਔਰ ਰਾਜੋਂ ਨਰਕ।
ਜੇ ਤਾਂ ਉਹ ਰਾਜ ਧਰਮ ਦੇ ਨਾਲ ਜੁੜਿਆ ਰਹੇ, ਜੇ ਤਾਂ ਉਹ ਲੋਕਾਂ ਦੇ ਹੱਕ ਨਾ ਦਬਾਵੇ ਸਗੋਂ ਦੱਬ ਰਹੇ ਹੱਕਾਂ ਨੂੰ ਉਬਾਰੇ, ਫੇਰ ਉਹ ਰਾਜ ਰਾਜੋ ਨਰਕ ਨਹੀਂ ਬਣਦਾ। ਫੇਰ ਉਹ ਰਾਜ ਮਹਾਰਾਜੇ ਰਣਜੀਤ ਸਿੰਘ ਵਾਲਾ ਰਾਜ ਸਿੱਧ ਹੁੰਦਾ ਹੈ, ਜਿਹੜਾ ਤਪੋਂ ਰਾਜ ਤੇ ਰਾਜੋਂ ਰਾਜ ਜੋਗ ਬਣ ਜਾਂਦਾ ਹੈ। ਰਾਜ ਜੋਗ ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜ ਜੋਗ ਬਖਸ਼ਿਸ਼ ਕੀਤਾ ਹੈ। ਤੇ ਜਿਹੜਾ ਅੱਜ ਦਾ ਬਾਬਰਕਿਆਂ ਦਾ ਰਾਜ ਹੈ, ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਰਾਜ ਉਹਨਾਂ ਨੂੰ ਰਾਜੋਂ ਨਰਕ ਤੱਕ ਲੈ ਜਾਵੇਗਾ। ਜੇ ਹੱਕ ਦੀ ਇਨਸਾਫ ਦੀ ਗੱਲ, ਜੇ ਇਹ ਤੁਹਾਡਾ ਹੋਕਾ ਜਿਹੜਾ ਇਸ ਮੋਰਚੇ ਤੋਂ ਤੁਸੀਂ ਦੇ ਰਹੇ ਹੋ, ਜੇ ਉਹਨਾਂ ਦੇ ਕੰਨਾਂ ਤੱਕ ਨਾ ਪਹੁੰਚਿਆ ਤੇ ਉਹਨਾਂ ਨੂੰ ਨਰਕਾਂ ਤੱਕ ਲੈ ਜਾਵੇਗਾ ਇਹ ਰਾਜ। ਸਨਮਾਨਯੋਗ ਸੰਗਤ ਜੀ, ਕਲਗੀਧਰ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਕਿਸਾਨ ਦੀ ਬਹੁਤ ਵੱਡੀ ਮਹਾਨਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਹਨ, ਤੇ ਜਗ੍ਹਾ ਜਗ੍ਹਾ ਤੇ ਮਹਾਰਾਜ ਨੇ ਪੰਜਾਬ ਦੀ ਕਿਸਾਨੀ ਦੀਆਂ ਉਦਾਹਰਨਾਂ ਦੇ ਕੇ ਭਾਵੇਂ ਪਰਮਾਰਥ ਦੀ ਸਿੱਖਿਆ ਵੀ ਦਿੱਤੀ, ਉਹਦੇ ਵਿੱਚ ਵੀ ਕਿਸਾਨੀ ਦੀਆਂ ਉਦਾਹਰਨਾਂ ਦਿੱਤੀਆਂ। ਕਿਰਸਾਨ ਕਰੇ ਲੋਚੈ ਜੀਓ ਲਾਏ, ਹਲ ਜੋਵੈ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਉਹਦਾ ਹਲ ਜੋਣ ਦਾ ਮਨੋਰਥ ਹੁੰਦਾ ਹੈ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਰਹਿਣ, ਉਹਨਾਂ ਵਾਸਤੇ ਮੈਂ ਧਨ ਸੰਚਾਂ। ਤੇ ਕੈਸਾ ਧਨ ਸੰਚੋਗੇ ਜੇ ਇਹਨਾਂ ਖੇਤਾਂ ਦੇ ਵਿੱਚ ਮਜ਼ਦੂਰੀ ਕਰਨੀ ਪਈ ਤਾਂ? ਅੰਬਾਨੀਆਂ ਅੰਡਾਨੀਆਂ ਦੇ ਹੱਥ ਦੇ ਵਿੱਚ ਇਹ ਸਾਡੀਆਂ ਜ਼ਮੀਨਾਂ ਆ ਗਈਆਂ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਜਿਹੜੀ ਕਿਸਾਨ ਦੀ ਇੱਛਾ ਜਿਹੜੀ ਅੰਦਰੋਂ ਦੇ ਜ਼ਾਹਰ ਹੁੰਦੀ ਹੈ, ਉਹ ਤਾਂ ਦਫਨ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਪਰਮਾਰਥ ਦੀ ਸੋਝੀ ਦਿੱਤੀ, ਉੱਥੇ ਕਿਸਾਨੀ ਦੀ ਉਦਾਹਰਨ ਦਿੱਤੀ। ਕਿਸਾਨੀ ਦੀ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਇਹ ਜਿਵੇਂ ਕਿਸਾਨ ਕਿਰਸਾਨੀ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਹ ਤਨ ਖੇਤ ਹੈ, ਨਾਮ ਦਾ ਬੀਜ ਬੀਜਦਾ ਹੈ ਤੇ ਸੰਤੋਖ ਦਾ ਸੁਹਾਗਾ ਦਿੰਦਾ ਹੈ। ਜਿਹੜੀ ਚੀਜ਼ ਦਾ ਪ੍ਰਤੱਖ ਹੋਵੇ, ਪ੍ਰਮਾਣ ਉਸੇ ਦਾ ਦਿੱਤਾ ਜਾਂਦਾ ਹੈ। ਜੇ ਪ੍ਰਤੱਖ ਹੈ ਤਾਂ ਫਿਰ ਪ੍ਰਮਾਣ ਮਿਲੇਗਾ, ਤੇ ਜੇ ਪ੍ਰਤੱਖ ਹੀ ਸਾਡੇ ਤੋਂ ਖੋਹ ਲਿਆ ਗਿਆ ਤੇ ਪ੍ਰਮਾਣ ਕਿਵੇਂ ਲਵਾਂਗੇ? ਜੇ ਇਸ ਗੁਰਬਾਣੀ ਨੂੰ ਪ੍ਰੈਕਟੀਕਲੀ ਵਿਖਾਉਣਾ ਹੋਵੇ ਕਿ ਕਿਸ ਤਰ੍ਹਾਂ ਕਿਸਾਨ ਕਿਸਾਨੀ ਕਰਦਾ ਹੈ, ਕਿਵੇਂ ਉਹ ਆਪਣੇ ਅੰਦਰ ਇੱਛਾ ਆਪਣੀ ਜ਼ਾਹਰ ਕਰਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੱਚੇ ਧਨਾੜ ਹੋ ਜਾਣ, ਮੈਂ ਇੰਨੀ ਮਿਹਨਤ ਕਰਾਂ। ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪ੍ਰੈਕਟੀਕਲੀ ਅਰਥਾਂ ਵਿੱਚ ਲਿਆਉਣ ਦੇ ਵਾਸਤੇ, ਆਪਣੇ ਵੱਡਿਆਂ ਦੀ ਵਿਰਾਸਤ ਨੂੰ ਸਾਂਭਣ ਦੇ ਵਾਸਤੇ, ਆਪਣੇ ਇਤਿਹਾਸ ਨੂੰ ਹੋਰ ਵੀ ਚਾਰ ਚੰਨ ਲਾਉਣ ਵਾਸਤੇ ਇਸ ਪ੍ਰਕਾਰ ਡਟਣਾ ਪਵੇਗਾ। ਇਕਾਗਰਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਵਰਤਾਉਣ। ਸ਼ਾਇਦ ਤੁਹਾਡੇ ਲਾਏ ਹੋਏ ਧਰਨੇ, ਤੁਹਾਡੀਆਂ ਇਹ ਆਵਾਜ਼ਾਂ ਉਸ ਜ਼ਾਲਮ ਸਰਕਾਰ ਤੱਕ ਪਹੁੰਚਣ ਜਿਹੜੇ ਦਿਨ ਰਾਤ ਸਾਡਿਆਂ ਹੱਕਾਂ ਨੂੰ ਦਬਾ ਰਹੇ ਆ। ਉਹ ਕੀ ਜਾਣਦੇ ਹਨ ਕਿਸਾਨਾਂ ਦਾ ਦਰਦ, ਕਿਹੜੀਆਂ ਕਠਿਨਾਈਆਂ ਦੇ ਵਿੱਚ, ਕਿਹੜਿਆਂ ਹਾਲਾਤਾਂ ਦੇ ਵਿੱਚ ਕਿਸਾਨ ਰਹਿੰਦੇ ਹਨ। ਆਓ ਆਪਾਂ ਇਸ ਕਵਿਤਾ ਦੇ ਵਿੱਚ ਸੁਣੀਏ। ਆਰਡੀਨੈਂਸ ਤਿਆਰ ਹੋ ਗਏ ਮਾਰਾ ਸਾਡੇ ਲਈ, ਸੰਕਟ ਨਾਲ ਲਿਖਿਆ ਹੈ ਸਰਕਾਰਾਂ ਸਾਡੇ ਲਈ। ਇਹ ਕਾਨੂੰਨ ਹੈ ਦੁਸ਼ਮਣ ਬਣਿਆ ਸਾਡੀਆਂ ਜਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਆਓ ਆਰਡੀਨੈਂਸ ਤਿਆਰ ਹੋ ਗਏ ਮਾਰਾ ਸਾਡੇ ਲਈ, ਸੰਕਟ ਨਵਾਂ ਲਿਖਿਆ ਹੈ ਸਰਕਾਰਾਂ ਸਾਡੇ ਲਈ। ਇਹ ਕਾਨੂੰਨ ਹੈ ਦੁਸ਼ਮਣ ਬਣਿਆ ਸਾਡੀਆਂ ਜਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਅੰਨਦਾਤਾ ਅਖਵਾਉਣ ਵਾਲਾ ਹੋ ਲਾਚਾਰ ਗਿਆ, ਅੰਨਦਾਤਾ ਅਖਵਾਉਣ ਵਾਲਾ ਹੋ ਲਾਚਾਰ ਗਿਆ, ਚੜਿਆ ਕਰਜ਼ਾ ਵਿੱਚ ਗਲਾਂ ਦੇ ਫਾਹੇ ਡਾਰ ਗਿਆ। ਮਾਰਿਆ ਫਿਰੇ ਮੁਸੀਬਤ ਭਰਿਆ ਕਈ ਤੂਫਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਆਓ ਕਰਕੇ ਮਿਹਨਤ ਪੁੱਤਾਂ ਵਾਂਗਰ ਫਸਲ ਪਾਲਦਾ ਹੈ, ਮਹਿੰਗੀਆਂ ਪਾਸ ਪਰੇਹਾਂ ਖਾਦਾਂ ਝਾੜ ਪਾਲਦਾ ਹੈ। ਮੌਸਮ ਬਣ ਜੇ ਕਈ ਵਾਰੀ ਕਾਰਨ ਕਿਸਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਆਓ ਜੇ ਮੰਡੀ ਵਿੱਚ ਚਲ ਜਾਏ ਵਸ ਪੈ ਜਾਵੇ ਸ਼ਾਨ ਦੇ, ਬੜੇ ਕਠਿਨ ਹੈ ਪੈੜੇ ਜ਼ਿਮੀਦਾਰ ਦਿਆਂ ਰਾਹਾਂ ਦੇ। ਇਸ ਤੇ ਨੁਕਸ ਬੀਨੀਆਂ ਮਾਲਿਕ ਕਰੇ ਦੁਕਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਆਓ ਕਈ ਕਈ ਦਿਨ ਵਿੱਚ ਮੰਡੀਆਂ ਦੇ ਮੱਛਰ ਲੜਵਾਉਂਦਾ
ਮੰਡੀਆਂ ਦੇ ਮੱਛਰ ਲੜਵਾਉਂਦਾ ਹੈ, ਆਪਣੀ ਮਰਜ਼ੀ ਨਾਲ ਪਾਰੀ ਮੁੱਲ ਲਗਾਉਂਦਾ ਹੈ। ਖਾਰੇ ਕਿਸਾਨ ਭਰੇ ਢਿੱਡ ਬੇਈਮਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਹੁੰਦੀ ਨਾ ਸੁਣਵਾਈ, ਲਾਲਾ ਧਰਨੇ ਥੱਕੇ ਨੇ, ਕੋਈ ਸਹੂਲਤ ਮਿਲਦੀ ਨਾ ਪਰ ਫਾਰਮ ਅੱਕੇ ਨੇ। ਕਰੇ ਨਾ ਕੋਈ ਗੌਰ ਜਿਨ੍ਹਾਂ ਦੇ ਦਿੱਤੇ ਬਿਆਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਉਹ ਠੇਕੇ ਵਧੇ ਜ਼ਮੀਨਾਂ ਦੇ, ਠੇਕੇ ਵਧੇ ਜ਼ਮੀਨਾਂ ਦੇ, ਮੁੱਲ ਵਧੇ ਨਾ ਫਸਲਾਂ ਦਾ, ਵੱਲ ਵਿਦੇਸ਼ ਧਿਆਨ ਹੋ ਗਿਆ ਨਵੀਆਂ ਨਸਲਾਂ ਦਾ। ਗੱਲ ਲਾਵਦੀ ਦੂਰ ਸਮਾ ਰਿਹਾ ਹਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਉਹ ਗੁੜ ਦੂਜਿਆਂ ਨੂੰ ਦਿੰਦੇ ਆਪੋ ਪੀਂਦੇ ਯਾਰਾਂ ਨੂੰ, ਵੀਰ ਕਿਸਾਨੋਂ ਰੋਕੀਏ ਰਲ ਕੇ ਹੋ ਰਹੇ ਕਹਿਰਾਂ ਨੂੰ। ਲਿਖੇ ਹਾਲ ਗੁਰਜੰਟ ਸਿੰਘ ਕਿਰਤੀ ਇਨਸਾਨਾਂ ਦਾ, ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਕੀ ਜਾਣੇ ਸਰਕਾਰ ਦੇਸ਼ ਦੀ ਦਰਦ ਕਿਸਾਨਾਂ ਦਾ। ਜੇ ਕਿਰਤ ਨਹੀਂ ਰਹੇਗੀ ਤਾਂ ਕੁਝ ਨਹੀਂ ਰਹੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਕਿਰਤ ਕੀਤੀ ਤੇ ਕਿਰਤੀ ਨੂੰ ਨਵਾਜਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ ਉਹ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਚਾਹੀਦੇ ਹਨ, ਔਰ ਇਹ ਸਰਕਾਰਾਂ ਸਾਨੂੰ ਢਹਿੰਦੀ ਕਲਾ ਵੱਲ ਲਿਜਾਣਾ ਚਾਹੁੰਦੀਆਂ ਹਨ। ਮੈਂ ਆਉਂਦਾ ਹੋਇਆ ਵੀਰ ਸਿੰਘ ਹੁਣਾਂ ਦੀ ਲਿਖੀ ਹੋਈ ਲਾਈਨ ਸਟੇਜ ਦੇ ਪਿੱਛੇ ਲੱਗੀ ਹੈ, ਮੈਂ ਪੜ੍ਹ ਰਿਹਾ ਸੀ। ਹੱਕਾਂ ਦੀ ਜੰਗ ਹੈ ਵੀਰੋ, ਸਬਰਾਂ ਨਾਲ ਲੜਨੀ ਪੈਣੀ। ਸਭ ਤੋਂ ਪਹਿਲਾ ਜਿਹੜਾ ਪੱਖ ਹੁੰਦਾ ਹੈ ਉਹ ਸਬਰ ਦਾ ਹੁੰਦਾ ਹੈ। ਇਹ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ। ਜੰਗ ਗੁਰੂ ਨਾਨਕ ਸਾਹਿਬ ਵੀ ਕਰ ਸਕਦੇ ਸੀ ਜਦੋਂ ਬਾਬਰ ਚੜ੍ਹ ਕੇ ਆਇਆ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਕੀਤੀ। ਬਾਬਰ ਦੇ ਬੰਦੀ ਬਣ ਗਏ, ਸਬਰ ਦੇ ਨਾਲ ਲੜੇ। ਜੰਗ ਉਦੋਂ ਵੀ ਹੋ ਸਕਦਾ ਸੀ ਜਦੋਂ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ, ਜ਼ਾਲਮ ਤੱਤੀ ਸੀਸ ਦੇ ਵਿੱਚ ਰੇਤਾ ਪਾ ਰਹੇ ਸੀ। ਮੈਂ ਇਹੀ ਬੇਨਤੀ ਕਰਕੇ ਫਤਿਹ ਬੁਲਾ ਦੇਣੀ ਹੈ। ਗੁਰੂ ਕੇ ਢਾਡੀ ਸਿੰਘ ਸਤਿਕਾਰਯੋਗ ਉਹ ਵੀ ਹਾਜ਼ਰ ਹਨ, ਹੋਰ ਬੇਅੰਤ ਗੁਰੂ ਪਿਆਰੇ ਬੁਲਾਰੇ ਪਹੁੰਚੇ ਹਨ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਦੇਣੇ ਹਨ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਤੱਤੀ ਤਵੀ ਤੇ ਬੈਠੇ ਤੇ ਸਮੇਂ ਦਾ ਬਹੁਤ ਅਜਮਤੀ ਪੀਰ ਸੀ ਸਾਈਂ ਮੀਆਂ ਮੀਰ। ਸਾਰਿਆਂ ਧਰਮਾਂ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ। ਸਾਈਂ ਮੀਆਂ ਮੀਰ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਐਡੀ ਤਾਕਤ ਦੇ ਹੁੰਦੇ ਆ, ਐਡੀ ਸ਼ਕਤੀ ਦੇ ਹੁੰਦੇ ਆ, ਤੱਤੀ ਤਵੀ ਤੇ ਬੈਠੇ ਹੋ, ਜ਼ਾਲਮ ਤੱਤੀ ਰੇਤ ਸਿਰ ਵਿੱਚ ਪਾ ਰਹੇ ਆ, ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਮਹਾਰਾਜ ਕਹਿੰਦੇ ਠੰਡ ਰੱਖੋ ਸਾਈਂ ਜੀ, ਜਰਾ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ, ਫਿਰ ਆਖਿਆ ਖੋਲੋ ਤੇ ਉੱਪਰ ਵੇਖੋ। ਉੱਪਰ ਵੇਖਦਾ ਏ ਬੇਅੰਤ ਦੇਵੀਆਂ ਦੇਵਤੇ ਬ੍ਰਹਮਾਦਿਕ ਸ਼ਿਵ ਜੀ ਵਰਗੇ ਹਾਲ ਦੁਹਾਈ ਮਚਾ ਰਹੇ। ਮਹਾਰਾਜ ਇਹ ਦੇਵੀਆਂ ਦੇਵਤੇ ਕੀ ਰੌਲੀ ਪਾ ਰਹੇ ਆ। ਗੁਰਦੇਵ ਕਹਿਣ ਲੱਗੇ, ਸਾਈਂ ਜੀ ਜੋ ਤੁਸੀਂ ਕਹਿ ਰਹੇ ਹੋ, ਜਿਹੜੀ ਆਗਿਆ ਤੁਸੀਂ ਮੰਗ ਰਹੇ ਹੋ, ਇਹ ਸਾਰੇ ਉਹੀ ਆਗਿਆ ਮੰਗ ਰਹੇ। ਜੇ ਚਾਹੀਏ ਤਾਂ ਅਸੀਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਹਾਂ, ਪਰ ਸਾਡਾ ਪੱਖ ਅਜੇ ਸਬਰ ਦਾ ਹੈ। ਪਹਿਲੀ ਲੜਾਈ ਸਬਰ ਦੀ ਹੁੰਦੀ ਹੈ। ਰਾਜਨੀਤੀ ਦੇ 4 ਪਾਵੇ ਹੁੰਦੇ ਆ, ਸ਼ਾਮ, ਦਾਮ ਅਰ ਦੰਡ ਭੇਦ। ਸਭ ਤੋਂ ਪਹਿਲਾਂ ਸ਼ਾਮ ਨੀਤੀ, ਹੁਣ ਜਿਵੇਂ ਆਪਣੇ ਤੇ ਖੇਡੀ ਜਾ ਰਹੀ ਹੈ ਨਾ, MSP ਨਹੀਂ ਘਟਾਈ ਜਾਵੇਗੀ। ਜਦੋਂ ਖਰੀਦ ਹੀ ਨਾ ਰਹੀ ਤੇ MSP ਦਾ ਕੀ ਲਾਭ ਹੈ। ਜਾਣਿਆ ਇਹ ਸਾਰੀ ਸ਼ਾਮ ਨੀਤੀ ਹੈ। ਸ਼ਾਮ ਨੀਤੀ ਸਭ ਤੋਂ ਪਹਿਲਾਂ ਪਿਆਰ ਦੇ ਨਾਲ ਅਗਲੇ ਨੂੰ ਲੈ ਲਓ ਬੁਲਾਵੇਂ ਦੇ ਵਿੱਚ, ਲਾਰੇ ਲਾ ਕੇ। ਇਲੈਕਸ਼ਨ ਦੇ ਦਿਨਾਂ ਵਿੱਚ ਸਾਡਿਆਂ ਘਰਾਂ ਵਿੱਚ ਆਉਂਦੇ ਆ ਲੋਕ, ਲੀਡਰ ਲੋਕ, ਵਰਕਰ ਲੋਕ, MLA MP ਬੜੀਆਂ ਥਾਪੀਆਂ ਦਿੰਦੇ ਆ, ਫਲਾਣਾ ਸਿਆ ਤੇਰੇ ਤੋਂ ਵੱਡਾ ਤਾਂ ਵਰਕਰ ਹੀ ਨਹੀਂ ਹੈ, ਜੇ ਇੱਥੇ ਤੂੰ ਨਾ ਹੁੰਦਾ ਤਾਂ ਸਾਨੂੰ ਵੋਟ ਇੱਥੋਂ ਮਿਲਣੀ ਕੋਈ ਨਹੀਂ। ਬਹੁਤੇ ਤਾਂ ਥਾਪੀ ਦੇ ਨਾਲ ਹੀ ਕਾਬੂ ਆ ਜਾਂਦੇ ਆ, ਤੇ ਜੇ ਕੋਈ ਥਾਪੀ ਨਾਲ ਕਾਬੂ ਨਾ ਆਵੇ, ਸ਼ਾਮ ਨੀਤੀ ਨਾ ਚੱਲੇ ਤੇ ਦਾਮ ਨੀਤੀ ਉਹਦੇ ਤੇ ਵਰਤੀ ਜਾਂਦੀ ਹੈ। ਲਾਲਚ ਦਿਓ, 10-10 ਹਜ਼ਾਰ ਦੇ ਵਿੱਚ ਲੋਕਾਂ ਦੀ ਜ਼ਮੀਰ ਵਿਕ ਜਾਂਦੀ ਇਲੈਕਸ਼ਨ ਦੇ ਦਿਨਾਂ ਦੇ। ਸ਼ਾਮ ਤੇ ਦਾਮ ਨੀਤੀ, ਜੇ ਦਾਮ ਨੀਤੀ ਵੀ ਫੇਲ ਹੋ ਜਾਵੇ ਤੇ ਤੀਜੀ ਨੀਤੀ ਹੈ ਦੰਡ ਨੀਤੀ, ਜਿਹੜੀ ਸਾਡੇ ਤੇ ਵਰਤਣ ਵਾਸਤੇ ਪੂਰੀ ਤਰ੍ਹਾਂ ਗਵਰਨਮੈਂਟ ਤਿਆਰ ਹੈ ਤੇ ਵਰਤੀ ਜਾ ਰਹੀ ਹੈ। ਦੰਡ ਨੀਤੀ ਹੈ, ਪਾਣੀ ਦੀਆਂ ਬੰਸ਼ਾਰਾਂ ਪਾ ਦਿਓ, ਅੱਗੇ ਨਾ ਲੰਘਣ ਦਿਓ, ਇਹ ਦੰਡ ਨੀਤੀ ਹੈ। ਤੇ ਸਭ ਤੋਂ ਘਾਤਕ ਜੇ ਤਿੰਨੇ ਫੇਲ ਹੋ ਜਾਣ, ਸ਼ਾਮ ਵੀ ਫੇਲ ਹੋ ਜਾਏ, ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿੱਚ ਲਿਖਦੇ ਆ, ਸ਼ਾਮ ਦਾਮ ਔਰ ਦੰਡ ਤੂੰ ਤੁਮ ਹੀ ਭੇਦ ਪਾਓ। ਚੌਥੀ ਤੇ ਸਭ ਤੋਂ ਘਾਤਕ ਹੈ ਭੇਦ ਨੀਤੀ। ਜਾਣਿਆ ਤਿੰਨੇ ਹੀ ਨਹੀਂ ਚੱਲੀਆਂ, ਸ਼ਾਮ ਵੀ ਨਹੀਂ ਚੱਲੀ, ਦਾਮ ਵੀ ਨਹੀਂ ਚੱਲੀ, ਦੰਡ ਵੀ ਨਹੀਂ ਚੱਲੀ, ਤੇ ਪੜੋ ਤੇ ਰਾਜ ਕਰੋ। ਜਿਹੜੀ ਨੀਤੀ ਅੰਗਰੇਜ਼ ਨੇ ਵਰਤੀ ਤੇ 100 ਸਾਲ ਸਾਡੇ ਤੇ ਰਾਜ ਕਰ ਗਿਆ ਅੰਗਰੇਜ਼। ਇਹਦੇ ਤੋਂ ਬਚੀਏ, ਸੁਚੇਤ ਹੋਈਏ।
ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਇਹਨਾਂ ਕੂਟਨੀਤੀਆਂ ਤੋਂ ਬਚ ਕੇ ਆਪਣੇ ਫਲਸਫੇ ਦੇ ਵਿੱਚ, ਆਪਣੇ ਨਿਸ਼ਾਨੇ ਦੇ ਉੱਪਰ ਸਬਲ ਹੋਈਏ। ਇਹ ਜੰਗ ਸਬਰਾਂ ਦੀ ਜੰਗ ਹੈ। ਇਹ ਹੂਕ, ਇਹ ਪੁਕਾਰ ਜੇ ਸਰਕਾਰ ਨਹੀਂ ਸੁਣਦੀ ਤਾਂ ਮੈਂ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਬੇਨਤੀ ਕਰਾਂਗਾ, ਗੁਰੂ ਨੇ ਸਾਨੂੰ ਦੂਜਾ ਪੱਖ ਵੀ ਫਿਰ ਦਿੱਤਾ ਹੈ। ਉਹ ਕਿਹੜਾ ਪੱਖ ਹੈ? ਉਹ ਪੱਖ ਹੈ ਚੁੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜੇ ਜ਼ੁਲਮ ਆਪਣੀਆਂ ਹੱਦਾਂ ਪਾਰ ਕਰ ਜਾਵੇ, ਜੇ ਸਬਰ ਦੇ ਨਾਲ ਜ਼ਬਰ ਨਾ ਠੱਲਿਆ ਜਾਵੇ। ਇਹ ਲੜਾਈ ਸਾਡੀ ਸਬਰ ਦੀ ਹੈ, ਇਹ ਅਜੇ ਹਥਿਆਰ ਦੀ ਲੜਾਈ ਨਹੀਂ ਹੈ ਸਾਡੀ, ਤੇ ਅਸੀਂ ਚਾਹੁੰਦੇ ਹਾਂ ਕਿ ਸਬਰ ਦੇ ਨਾਲ ਹੀ ਮਸਲਾ ਹੱਲ ਹੋ ਜਾਵੇ। ਗੁਰੂ ਅਰਜਨ ਸਾਹਿਬ ਜੀ ਤੱਕ ਸਬਰ ਦੀ ਜੰਗ ਲੜੀ ਗਈ, ਪਰ ਜਦੋਂ ਸਬਰ ਦੇ ਨਾਲ ਜ਼ਬਰ ਨਾ ਠੱਲਿਆ ਗਿਆ ਤੇ ਫਿਰ ਗੁਰੂ ਕੇ ਢਾਡੀ ਸਿੰਘਾਂ ਨੇ ਗਾਵਿਆ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਫਿਰ ਸਾਨੂੰ ਸਮੇਂ ਦੀਆਂ ਸਰਕਾਰਾਂ, ਫਿਰ ਸਾਨੂੰ ਬਾਬਰ ਕਿਆਂ ਨੂੰ ਚੈਲੰਜ ਕਰਨਾ ਵੀ ਆਉਂਦਾ ਹੈ। ਤੋ ਗੁਰਦੇਵ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਪਹਿਲਾ ਪੱਖ ਸਾਨੂੰ ਸਬਰ ਦਾ ਦਿੱਤਾ ਹੈ, ਇਹਦੇ ਨਾਲ ਹੀ ਜ਼ਬਰ ਠੱਲਿਆ ਜਾਵੇ, ਸਾਡੀ ਇਹ ਆਵਾਜ਼ ਬਾਬਰ ਕਿਆਂ ਤੱਕ ਪਹੁੰਚ ਜਾਵੇ, ਤੋ ਕਿਸਾਨਾਂ ਨੂੰ ਆਪਣੇ ਹੱਕ ਮਿਲਣ। ਇਹ ਕਾਮਨਾ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਤਕੜੇ ਹੋ ਕੇ ਸਾਥ ਦਈਏ। ਬਹੁਤ ਸਾਡੇ ਸਤਿਕਾਰਯੋਗ ਵੀਰ, ਕਲਾਕਾਰ ਵੀਰ ਦੀਪ ਸਿੱਧੂ ਜੀ, ਅਸੀਂ ਇਹਨਾਂ ਨੂੰ ਸਰਵਣ ਕਰਦੇ ਰਹਿੰਦੇ ਹਾਂ। ਇਹ ਇੱਕ ਜਜ਼ਬਾ ਹੁੰਦਾ ਹੈ ਤੇ ਸਾਰਿਆਂ ਦੇ ਵਿੱਚ ਨਹੀਂ ਹੁੰਦਾ, ਜਿਨ੍ਹਾਂ ਨੂੰ ਗੁਰੂ ਬਖਸ਼ਦਾ ਹੈ। ਇਹ ਸੇਵਾ ਹੁੰਦੀ ਹੈ ਤੇ ਜਿਹਦੇ ਤੋਂ ਉਹਨੇ ਸੇਵਾ ਲੈਣੀ ਹੋਵੇ ਉਹਨੂੰ ਵਡਿਆਈ ਬਖਸ਼ਦਾ ਹੈ। ਤੋ ਇਹ ਸਾਰੀ ਤੁਹਾਡੀ ਸਾਰਿਆਂ ਦੀ ਜੰਗ ਹੈ, ਇਕੱਲੇ ਦੀਪ ਸਿੱਧੂ ਦੀ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੋਂ ਪਾਏ। ਜੇ ਇਸੇ ਤਰ੍ਹਾਂ ਇਕਾਗਰਤਾ ਦੇ ਨਾਲ ਡਟ ਕੇ ਰਹੋਗੇ ਤੇ ਸਭ ਬੰਧਨ ਟੁੱਟ ਜਾਣਗੇ, ਬਾਣੀ ਆਖਦੀ ਹੈ। ਤੇ ਜੇ ਬਲ ਟੁੱਟ ਗਿਆ, ਜੇ ਆਪੋ ਧਾਪੀ ਪੈ ਗਈ, ਆਪਣੀਆਂ ਚੌਧਰਾਂ ਨੂੰ ਪੈ ਗਿਆ, ਤੇ ਮਹਾਰਾਜ ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋਂ ਪਾਏ, ਫਿਰ ਨਹੀਂ ਕੁਝ ਹੋਵੇਗਾ। ਸੋ ਦਲ ਬਾਬਾ ਬਿਧੀ ਚੰਦ ਸਾਹਿਬ ਵੱਲੋਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਮੁਖੀ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਖਿਮਾ ਦਾ ਜਾਜਕਾਂ ਉਹ ਸਾਰੇ ਇੱਕ ਵਾਰੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਮੈਂ ਜੰਗੀ ਜਕਾਰਾ ਗਜਾਵਾਂਗਾ, ਨਾਲ ਹੀ ਫਤਿਹ ਬੁਲਾ ਦੇਵਾਂਗਾ। ਸਾਰਿਆਂ ਨੇ ਸਾਥ ਦੇਣਾ। ਜਕਾਰਾ ਗਿਆਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਬਰਿਆ ਕਾਲ ਚਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਦ ਬਾਣੇ ਦੀ ਲਾਜ। ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਦੇਗ ਦੇਗ ਫਤਿਹ। ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।